ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਬਰਤਰ ਅਜ਼ਹਰ ਕਦਰ ਗੁਰ ਗੋਬਿੰਦ ਸਿੰਘ ਜਾਵੇ ਦਾਨੀ ਸਦਰ ਗੁਰ ਗੋਬਿੰਦ ਸਿੰਘ ਦਾਵਰੇ ਆਫਾਕ ਗੁਰ ਗੋਬਿੰਦ ਸਿੰਘ ਦਰਦੋ ਆਲਮ ਤਾਕ ਗੁਰ ਗੋਬਿੰਦ ਸਿੰਘ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਆਪ ਸਰਬੱਤ ਸੰਗਤ ਨੂੰ ਮਨੁੱਖਤਾ ਨੂੰ ਲੱਖ ਲੱਖ ਵਧਾਈਆਂ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਪ੍ਰਬੰਧਕ ਜਨਾਂ ਦੇ ਵੱਲੋਂ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਹਿੱਤ ਅਤੇ ਸਿੱਖ ਜਗਤ ਦੇ ਅੰਦਰ ਬੜਾ ਸਤਿਕਾਰਤ ਮਰਾਤਬਾ ਜੋ ਸਿੰਘ ਸਾਹਿਬਾਨਾਂ ਦਾ ਹੈ, ਉਸ ਮਰਾਤਬੇ 'ਤੇ ਸੇਵਾ ਕਰ ਰਹੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ, ਇਹ ਮਹਾਨ ਗੁਰਮਤਿ ਸਮਾਗਮ ਉਲੀਕੇ ਗਏ ਹਨ। ਆਓ ਇਸ ਪਾਕ ਰੂਹੇ ਜ਼ਮੀਨ 'ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੀਤ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਬਾਣੀ ਦਾ ਫਰਮਾਨ ਹੈ, ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਿਬੇਕ ਸਤ ਸਰ, ਉਹ ਆਦ ਜੁਗਾਦੀ ਜੁਗਹ ਜੁਗ ਪੂਰਾ। ਪਰਮੇਸ਼ਰ ਹਰ ਯੁੱਗ ਦੇ ਵਿੱਚ ਜੋ ਅਕਾਲ ਪੁਰਖ ਨਿਰਗੁਣ ਸਰੂਪ ਸਦਾ ਹੀ ਅਟਲ ਹੈ, ਅਚਲ ਹੈ, ਰਹਿਣ ਵਾਲਾ ਹੈ, ਉਹੀ ਕਲਯੁਗ ਦੇ ਸਮੇਂ ਅੰਦਰ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਪੋਹ ਸੁਦੀ 7ਵੀਂ 1723 ਵਿਕਰਮੀ ਸੰਮਤ ਨੂੰ ਪਟਨੇ ਦੀ ਇਸ ਰੂਹੇ ਜ਼ਮੀਨ ਦੇ ਉੱਤੇ ਪ੍ਰਗਟ ਹੋਏ। ਮਾਤਾ ਗੁਜਰੀ ਦੀ ਪਾਕ ਕੁੱਖ 'ਚੋਂ ਆਗਾਜ਼ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਉਹ ਖੇਡਦੇ ਨੇ। ਉਹਨਾਂ ਦੇ ਆਗਾਜ਼ ਬਾਬਤ ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਦੇ ਵਿੱਚ ਬਚਨ ਕਿਹਾ ਹੈ, ਦਾਈ ਮੋਹ ਪਾਇੰਦੇ ਗੁਰੂ ਗੋਬਿੰਦ ਸਿੰਘ, ਫਰਖੋ ਫਰਖੁੰਦੇ ਗੁਰੂ ਗੋਬਿੰਦ ਸਿੰਘ। ਉਹ ਮਹਾਂਪੁਰਸ਼ ਕਹਿੰਦੇ ਨੇ, ਐ ਗੁਰੂ ਗੋਬਿੰਦ ਸਿੰਘ ਜਿਹੜਾ ਪਰਮ ਈਸ਼ਵਰ ਪਾਇੰਦੇ ਰਹਿਣ ਵਾਲਾ, ਦਾਇਮੋ ਤੋਂ ਭਾਵ ਹੈ ਸਦੀਵੀ ਹੈ, ਉਹਦਾ ਸਰਗੁਣ ਸਰੂਪ ਤੂੰ ਹੈ। ਭਾਵ ਐ ਗੁਰੂ ਗੋਬਿੰਦ ਸਿੰਘ ਤੂੰ ਅਚਲ, ਤੂੰ ਅਟਲ, ਤੂੰ ਸਦਾ ਸਲਾਮਤ ਹੈ, ਤੇਰਾ ਨਾਮ ਸਦੀਵੀ ਹੈ। ਅੱਗੇ ਉਹਨਾਂ ਲਫ਼ਜ਼ ਵਰਤੇ ਨੇ, ਐ ਗੁਰੂ ਗੋਬਿੰਦ ਸਿੰਘ ਫਾਰੁਖੋ। ਫਾਰੁਖ ਦਾ ਭਾਵ ਹੁੰਦਾ ਜਿਹੜਾ ਮੁਬਾਰਕ ਹੈ, ਜਿਹਦੇ ਵਰਗਾ ਕੋਈ ਦੂਜਾ ਸੁੰਦਰ ਨਹੀਂ ਹੈ। ਫਰਖੁੰਦੇ ਤੋਂ ਭਾਵ ਹੈ ਪਵਿੱਤਰ।
ਇਸ ਅਰੂਹੇ ਜ਼ਮੀਨ ਦੇ ਉੱਤੇ ਤੇਰੇ ਵਰਗਾ ਕੋਈ ਸੁੰਦਰ ਨਹੀਂ, ਤੇਰੇ ਵਰਗੀ ਕਿਸੇ ਵਿੱਚ ਅਜ਼ਮਤ ਨਹੀਂ, ਤੇਰੇ ਵਰਗਾ ਕੋਈ ਪਾਕ ਪਵਿੱਤਰ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਕਿਹਾ ਹੈ, ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਮੰਡ। ਖੰਡਾਂ ਬ੍ਰਹਮੰਡਾਂ ਵਿੱਚ ਕੋਈ ਗੁਰੂ ਪਰਮੇਸ਼ਰ ਦੇ ਮਰਾਤਬੇ ਵਰਗਾ ਨਹੀਂ ਹੈ। ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ। ਨਾਮ ਦਾ ਖਜ਼ਾਨਾ ਉਹ ਬਖਸ਼ਣ ਵਾਲੇ ਨੇ। ਉਹਨਾਂ ਦੇ ਆਗਾਜ਼ ਦਾ ਕਾਰਨ ਕੀ ਬਣਦਾ ਹੈ? ਆਪਾਂ ਸ਼ੁਰੂ ਵਿੱਚ ਇੱਕ ਪੰਕਤੀ ਪੜ੍ਹੀ ਹੈ, ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਤੁਹਾਨੂੰ ਨਹੀਂ ਪਤਾ ਤੁਹਾਡਾ ਪਿਛਲਾ ਜਨਮ ਕੈਸਾ ਹੈ, ਨਾ ਮੈਨੂੰ ਪਤਾ ਹੈ, ਨਾ ਅਗਾਂਹ ਦਾ ਪਤਾ ਹੈ ਕੀ ਹੋਵੇਗਾ, ਪਰ ਚੌਹਾਂ ਜੁਗਾਂ ਵਿੱਚ ਸੁਭਾਏਮਾਨ ਜੋ ਖੁਦਾਇਆ ਹੈ, ਜਦੋਂ ਗੁਰੂ ਗੋਬਿੰਦ ਦੇ ਰੂਪ ਵਿੱਚ ਦੁਨੀਆ ਤੇ ਆਇਆ ਹੈ ਤੇ ਉਹਨੂੰ ਅਗਲੇ ਪਿਛਲੇ ਦੀ ਸਾਰੀ ਸਮਝ ਹੈ, ਕਿਉਂਕਿ ਹਰ ਯੁੱਗ ਵਿੱਚ ਹੈ। ਉਹ ਆਪਣੀ ਆਟੋਬਾਇਓਗ੍ਰਾਫੀ ਬਚਿੱਤਰ ਨਾਟਕ ਵਿੱਚ ਉਹ ਜ਼ਿਕਰ ਕਰਦੇ ਨੇ, ਮੈਂ ਕਿਉਂ ਪਟਨੇ ਦੀ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਇਆ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਦ ਮੋਹਿਆਨੋ। ਕਹਿੰਦੇ ਮੈਂ ਬੰਦਗੀ ਕਰ ਰਿਹਾ ਸੀ, ਦਵੈਤੇ ਏਕ ਰੂਪ ਹੋਇਆ ਗਇਓ, ਅਕਾਲ ਪੁਰਖ ਦਾ ਰੂਪ ਹੋ ਗਿਆ, ਦੁਸ਼ਟ ਦਮਨ ਦੇ ਰੂਪ ਵਿੱਚ ਇਬਾਦਤ ਕਰ ਰਿਹਾ ਸੀ। ਮੈਨੂੰ ਸੱਦਾ ਆਇਆ ਅਕਾਲ ਪੁਰਖ ਵੱਲੋਂ ਵੀ ਗੁਰੂ ਨਾਨਕ ਦੀ ਅਗੰਮੀ ਜੋਤ ਦਾ ਤੁਸੀਂ 10ਵਾਂ ਵਾਰਸ ਬਣਨਾ ਹੈ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਮੈਨੂੰ ਦੁਨੀਆ ਤੇ ਭੇਜਣ ਲੱਗੇ, ਕੁਝ ਬਚਨ ਕਰਦੇ ਨੇ, ਕਹਿੰਦੇ ਤੁਸੀਂ ਇੱਕ ਪੰਥ ਚਲਾਉਣਾ ਹੈ। ਇੱਥੇ ਕਈ ਕੁਤਰਕ ਕਰ ਦਿੰਦੇ ਨੇ ਜੀ ਪੰਥ ਤੇ ਗੁਰੂ ਨਾਨਕ ਤੋਂ ਹੀ ਚੱਲਿਆ ਹੈ। ਬਿਲਕੁਲ ਸਿੱਖ ਪੰਥ ਚੱਲਿਆ ਹੈ, ਪਰ ਖਾਲਸਾ ਪੰਥ ਚਲਾਉਣਾ ਹੈ। ਸਿੱਖ ਪੰਥ ਦੀ ਤਬਦੀਲੀ ਖਾਲਸਾ ਪੰਥ ਵਿੱਚ ਕਰਨੀ ਹੈ, ਸਿੱਖ ਨੂੰ ਸਿੰਘ ਬਣਾਉਣਾ ਹੈ। ਮਹਾਰਾਜ ਕਹਿੰਦੇ ਮੈਨੂੰ, ਕਹਿੰਦੇ ਤੁਸੀਂ ਪੰਥ ਚਲਾਉਣਾ ਹੈ, ਲੋਕਾਈ ਨੂੰ ਪਾਪ ਵੱਲੋਂ ਵਰਜਣਾ ਹੈ, ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ। ਤੇ ਮੈਂ ਪਰਮਾਤਮਾ ਨੂੰ ਇੱਕ ਬੇਨਤੀ ਕੀਤੀ ਵੀ ਇਹ ਸੌਖਾ ਕਾਰਜ ਨਹੀਂ ਹੈ। ਇੱਕ ਰਸਤਾ ਦੁਨੀਆ ਤੇ ਸਦੀਆਂ ਤੋਂ ਚੱਲ ਰਿਹਾ ਹੈ ਤੇ ਮੈਂ ਉਸ ਰਸਤੇ ਨੂੰ ਬੰਦ ਕਰਕੇ ਇੱਕ ਨਵਾਂ ਰਸਤਾ ਤੋਰ ਦੇਵਾਂ, ਵਿਰੋਧਤਾ ਹੋਵੇਗੀ। ਇਹਦੇ ਲਈ ਅਜ਼ਮਤ ਚਾਹੀਦੀ ਹੈ, ਬਰਕਤ ਚਾਹੀਦੀ ਹੈ। ਤੁਸੀਂ ਅੱਜ ਤੱਕ ਜਿੰਨੇ ਵੀ ਮਹਾਂਪੁਰਸ਼ ਭੇਜੇ ਨੇ, ਕਲਾਂ ਦੇ ਕੇ ਭੇਜੇ ਨੇ, ਅਜ਼ਮਤਾਂ ਦੇ ਕੇ ਭੇਜੇ ਨੇ, ਕਰਾਮਾਤ ਵਿੱਚ ਸ਼ਰਸਾਰ ਕਰਕੇ ਭੇਜੇ ਨੇ, ਮੈਨੂੰ ਕੀ ਦਿੰਦੇ ਹੋ? ਕਿਉਂਕਿ ਕਾਰਜ ਵੱਡਾ ਹੈ। ਕਹਿੰਦੇ ਖੁਦ ਖੁਦਾ ਪ੍ਰਸੰਨਤਾ ਵਿੱਚ ਆ ਕੇ ਕਹਿੰਦੇ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਕਹਿੰਦੇ ਐ ਦੁਸ਼ਟ ਦਮਨ, ਪਿਤਾ ਦੀ ਸਾਰੀ ਜਾਇਦਾਦ ਲਖਤੇ ਜਿਗਰ ਦਿਲਬੰਦ ਦੀ ਹੁੰਦੀ ਹੈ, ਪੁੱਤਰ ਦੀ ਹੁੰਦੀ ਹੈ। ਮੇਰੀ ਜਿੰਨੀ ਵੀ ਅਜ਼ਮਤ ਹੈ, ਮੇਰੀ ਜਿੰਨੀ ਵੀ ਕਰਾਮਾਤ ਹੈ, ਤੂੰ ਮੇਰਾ ਲਖਤੇ ਜਿਗਰ ਹੈ, ਮੇਰਾ ਰੂਪ ਹੈ, ਮੇਰੀ ਅਜ਼ਮਤ ਦਾ ਮਾਲਕ ਤੂੰ ਹੈ। ਮੈਂ ਤੈਨੂੰ ਕਰਾਮਾਤ ਗਿਣ ਚੁਣ ਕੇ ਨਹੀਂ ਦਵਾਂਗਾ, ਮੇਰੀ ਸਮੁੱਚੀ ਅਜ਼ਮਤ ਦਾ ਵਾਰਸ ਤੂੰ ਹੈ। ਜਾ ਦੁਨੀਆ ਤੇ ਜਾ, ਮੇਰੀ ਅਜ਼ਮਤ ਲੈ ਕੇ ਜਾ, ਸੱਚ ਦੀ ਆਵਾਜ਼ ਬੁਲੰਦ ਕਰ, ਪਾਪੀਆਂ ਦਾ ਅਰਿਸ਼ਟਾਂ ਦਾ ਖੁਰਾ ਖੋਜ ਮਿਟਾ, ਸੱਚ ਨੂੰ ਜਾ ਕੇ ਪ੍ਰਗਟ ਕਰ। ਮਹਾਰਾਜ ਕਹਿੰਦੇ ਮੈਨੂੰ ਆਪਣਾ ਅੰਸ਼ ਬਣਾ ਲਿਆ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਕੀ ਗੁਰੂ ਪਰਮਾਤਮਾ ਦਾ ਅੰਸ਼ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਦਾ ਡਿਵਾਈਨ ਗੁਰੂ ਇਜ਼ ਦਾ ਟ੍ਰਾਂਸੈਂਡੈਂਟ ਲਾਰਡ। ਗੁਰੂ ਹੀ ਖੁਦਾਇਆ ਹੈ। ਇੱਥੇ ਪਤਾ ਨਹੀਂ ਕਿਹੜਾ ਰੱਬ ਲੱਭਦੇ ਫਿਰਦੇ ਨੇ ਕਮਲੇ ਲੋਕ। ਗੁਰੂ ਗੋਬਿੰਦ ਸਿੰਘ ਹੀ ਖੁਦਾਇਆ ਹੈ, ਗੁਰੂ ਗੋਬਿੰਦ ਸਿੰਘ ਹੀ ਖੁਦ ਖੁਦਾ ਹੈ। ਮਹਾਰਾਜ ਪਾਤਸ਼ਾਹ ਆਖਣ ਲੱਗੇ ਹੁਕਮ ਹੋਇਆ ਜਾਹੇ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਕਿਹੜਾ ਧਰਮ ਚਲਾਉਣਾ ਹੈ? ਗੁਰੂ ਗ੍ਰੰਥ ਸਾਹਿਬ ਨੇ ਨਾ ਸਿੱਖ ਧਰਮ ਦਾ ਵਜੂਦ ਇਹ ਦੱਸਿਆ ਹੈ। ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅਕਾਲ ਪੁਰਖ ਦਾ ਨਾਮ ਜਪਣਾ ਤੇ ਜਪਾਉਣਾ। ਕੁਬੁੱਧ ਦਾ ਮਤਲਬ ਹੁੰਦਾ ਹੈ ਬੇਅਕਲੀ, ਮੂਰਖਤਾ, ਪਾਪ, ਗਲਤ ਕਰਮ ਕਰਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਗਲਤ ਕਰਮ ਕਰਨ ਵਾਲਿਆਂ ਨੂੰ ਮਿਟਾਉਣ ਲਈ ਪਾਤਸ਼ਾਹ ਅਕਾਲ ਪੁਰਖ ਨੇ ਭੇਜਣਾ ਕੀਤਾ। ਕਹਿੰਦੇ ਮੈਂ ਹੱਥ ਜੋੜ ਕੇ ਅੱਗੇ ਬੈਠ ਗਿਆ ਆਪਣੇ ਪਿਤਾ ਦੇ, ਠਾਂਡ ਭਇਓ ਮੈਂ ਜ਼ੋਰ ਕਰ,
बचन कहा सिर न्याये, पंथ चलै तब जगत में जब तुम करो सहाय। ऐ अकाल पुरख तेरी किरपा नाल पंथ चलावांगा, जो निज प्रभ मोह सो कहा, सो कहे हो जग माहे। जो तिह प्रभ को ध्याए हैं, अंत सुर को जाए। जब आइस प्रभ को भयो, जन्म धरा जग आए। अब मैं कथा संक्षेप ते सब हूँ कहत सुनाए। कहते मेरा दुनिया ते आउण दा समा होया, उधर मेरे माता पिता मुरपित पुरब कीस पियाना, भांत भांत के तीर्थ नाना। मेरे पिता जी देशां देशांतरां विच विचर रहे सन, जो मेरे आउण वाले समय विच पिता बनणगे, दुष्ट दमन कह रहे ने, वो तीर्थां ते जा रहे सन। हुण तुसीं आखोगे ये सिख जगत दा सिद्धांत नहीं है तीर्थां ते जाना। रब दा वास्ता ही, गुरु नूं कल्ला सिखां दा गुरु ना समझो, जगत गुरु है। और तीर्थां ते वो मन की मनौत मंगण नहीं गया, क्योंकि जिन्हां महापुरुषां दे तीर्थ ने, अवतारां दे तीर्थ ने, वो गुरु दे चरनां दी धूड़ी ने, गुरु खुद खुदा है। तीर्थां ते क्यों गए ने? भूले मार्ग जिन्हें बताया, ऐसा गुरबड़ भागी पाया। वो मनौत मनण नहीं गए, वो सिर झुकाउण नहीं गए। गुरु जिथे भी जाता है, भुले भड़कियां नूं सीधे रस्ते पाउण जाता है। अवर त्याग हर भगती लाया, होरां पक्षां तो तोड़ के अकाल पुरख की भगती विच गुरु लाउण गए। कलगीधर कहंदे, जब ही जात त्रिबहणी भये, पुण्य दान दिन करत बिताए। इत्थे भी तर्क हुंदा है। अखे जी ये की कह दिता महाराज ने भी गुरु तेग बहादुर साहब प्रयाग तीर्थ पहुंचे, उत्थे जाके दान कीता। ते दान ते जिहड़े हिंदू लोग ने वो करते ने ब्राह्मणां नूं। ये भुल क्यों जाते ने भी सिख जगत जिहड़ा है दया चों प्रगट होया है। धौल धर्म दया का पूत, ये धर्म दया चों प्रगट होया है। जे दया नहीं है तेरे विच, लिबास तू धार्मिक पाला, तू सिख नहीं है। माँ होवेगी ते काका जमेगा ना, ते माँ है ही नहीं है, दया है ही नहीं है, ते काका कितों पैदा हो गया, धर्म कितों प्रगट हो गया। और धर्म का आगाज दया तो है। गुरु नानक साहब ने ना वो जिहड़ा 20 रुपइयां का लंगर लाया सी, वो दया चों ही प्रगट होया है। 2% साडी गिणती है, घट ही होवेगी दुनिया विच, पर इस दया चों प्रगट होई लंगर की प्रथा करके साडा जिहड़ा सिखां दा नाम है, सब धर्मां दे उपर श्रेष्ठ मरातबे ते लिया जाता है। ये दया चों प्रगट होया सिद्धांत है। फिर गुरु ते बादशाह है, गुरु ते दातार अकाल पुरख का स्वरूप है। जिथे भी जाएगा वो दान पुण्य करेगा। ब्राह्मण आउंदे ने, छतरी आउंदे ने, शूद आउंदे ने, वैश्य आउंदे ने, लोड़वंद आउंदे ने। ते गुरु ग्रंथ साहब कहते ने, गुरु का सुभाव है सतगुर दाता जी का सबसे दे आधार। सारियां दियां झोलियां गुरु भरदा है। गुरु इज द गिवर, गुरु इज द क्रिएटर, गुरु ही झोलियां भरन वाला है। गुरु तेग बहादुर साहब ने तीर्थां ते लोकां नूं, लुकाई नूं, भुले भड़कियां नूं सीधे रस्ते पाए और लोड़वंदां दियां झोलियां भरियां, दातां दित्तियां। पातशाह कहंदे समा आया, तहीं प्रकाश हमारा भयो। माता गुजरी जी का गर्भ ठहरदा है। कहंदे मेरा प्रकाश हो गया माँ के हिरदे विच, तही प्रकाश हमारा भयो। और समा आया जदों 10 महीने हुंदे ने, पटना शहर विखै भव लयो। जिस पाक जगह ते बैठे हो, इस शहर दे अंदर गुरु गोबिंद सिंह पातशाह अपनी ऑटोबायोग्राफी विच लिखदे ने, मैं अवतार धारिया है। आखण लगे, हम यह काज जगत मो आए, धर्म हेत गुरुदेव पठाए। जहाँ तहाँ तुम धर्म बिछारो, दुष्ट दोखियन पकर पछारो। यही काज धरा हम जन्मं, समझ लेहो साधु सब मनमंग। धर्म चलावन संत उभारन, दुष्ट सबन को मूल उपारन। गुरबाणी की कहती है, साकत निंदक दुष्ट खिन माहे विधारियन। कलगीधर दुष्टां दा खात्मा करन, साधां दी रख्या करन दुनिया ते आ गए।
ਭਾਈ ਨੰਦ ਲਾਲ ਨੇ ਫਾਰਸੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਹ ਜਾਂ ਕਾਹਾ ਗੁਰੂ ਗੋਬਿੰਦ ਸਿੰਘ। ਦੋਹਾਂ ਆਲਮਾਂ ਦਾ ਮਾਲਕ ਜਿਹੜਾ ਖੁਦਾ ਹੈ, ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ। ਅੱਗੇ ਲਫ਼ਜ਼ ਵਰਤੇ ਨੇ ਖਸਮ, ਪੰਜਾਬੀ 'ਚ ਇਹਦਾ ਅਰਥ ਹੁੰਦਾ ਹੈ ਪਤੀ, ਤੇ ਜੇ ਇਹਦਾ ਅਰਥ ਤੁਸੀਂ ਪਰਸ਼ੀਅਨ ਵਿੱਚ, ਅਰਬੀ ਵਿੱਚ ਲਓ ਤੇ ਖਸਮ ਦਾ ਮਤਲਬ ਹੁੰਦਾ ਦੁਸ਼ਮਣ। ਖਸਮ ਰਾਂ ਜਾਂ ਕਾਹਾ ਗੁਰੂ ਗੋਬਿੰਦ ਸਿੰਘ। ਕਾਹ ਕਹਿੰਦੇ ਨੇ ਇੱਕ ਘਾਹ ਦੇ ਛੋਟੇ ਜਿਹੇ ਅੰਸ਼ ਨੂੰ। ਆਖਣ ਲੱਗੇ ਦੁਸ਼ਮਣਾਂ ਨੂੰ ਘਾਹ ਦੀ ਨਿਆਈ ਉਡਾਉਣ ਵਾਲਾ ਹੈ ਗੁਰੂ ਗੋਬਿੰਦ ਸਿੰਘ। ਦੁਸ਼ਮਣਾਂ ਦੀ ਜਾਨ ਗੁਰੂ ਗੋਬਿੰਦ ਸਿੰਘ ਦੇ ਸਾਵੇਂ ਇੱਕ ਘਾਹ ਦੇ ਸਿੱਟੇ ਨਾਲੋਂ ਵੱਧ ਕੇ ਕੁਝ ਨਹੀਂ ਹੈ। ਤਾਂ ਹੀ ਅੱਲਾ ਯਾਰ ਖਾਂ ਨੇ ਬਚਨ ਕਿਹਾ ਸੀ, ਜਿਸ ਰਨ ਮੇ ਲੜਾ ਬੇਸਰੋ ਸਾਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਅੱਲਾ ਯਾਰ ਖਾਂ ਕਹਿੰਦੇ ਗਿਣਤੀਆਂ ਮਿਣਤੀਆਂ ਨਾਲ ਬੰਦਾ ਹਰਾਇਆ ਜਾ ਸਕਦਾ ਹੈ, ਖੁਦਾ ਦਾ ਰੂਪ ਗੁਰੂ ਗੋਬਿੰਦ ਨਹੀਂ। ਲੱਖਾਂ ਦੀ ਗਿਣਤੀ ਹੁੰਦੀ ਸੀ ਫੌਜਾਂ ਦੀ, ਤੇ ਤੂੰ ਮੁੱਠੀ ਪਰ ਸਿੰਘ ਲੈ ਕੇ ਜੰਗ ਜਿੱਤ ਲੈਂਦਾ ਸੀ। ਦੁਸ਼ਮਣਾਂ ਨੂੰ ਕਾਹ ਵਾਂਗੂ ਉਡਾਉਣ ਵਾਲੇ ਨੇ, ਘਟਾਉਣ ਵਾਲੇ ਨੇ ਗੁਰੂ ਗੋਬਿੰਦ ਸਿੰਘ। ਖੈਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਇਹ ਕੌਣ ਆਏ ਨੇ? ਸਤਿਗੁਰ ਵਿੱਚ ਆਪ ਰਖਿਉਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰਾਂ ਦੇ ਵਿੱਚ ਅਕਾਲ ਪੁਰਖ ਨੇ ਆਪਾ ਟਿਕਾ ਕੇ ਦੁਨੀਆ ਤੇ ਪ੍ਰਗਟ ਕੀਤਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰ ਹੀ ਮੁਕਤੀ ਦਾਤੇ ਨੇ, ਗੁਰੂ ਹੀ ਨਿਜਾਤ ਦਿਵਾਉਣ ਵਾਲੇ ਨੇ। ਗੁਰੂ ਮਹਾਰਾਜ ਪ੍ਰਗਟ ਹੋਏ। ਭਾਈ ਨੰਦ ਲਾਲ ਨੇ ਨਾ ਆਗਾਜ਼ ਤੇ ਇੱਕ ਬਚਨ ਕਿਹਾ, ਉਹ ਬੜੀ ਵਡਿਆਈ ਕਰਦੇ ਨੇ। ਸਾਹਮਣੇ ਬਹਿ ਕੇ ਉਹਨਾਂ ਕਰਾਮਾਤ ਵੇਖੀ ਹੈ ਗੁਰੂ ਦੀ। ਮੁਰਸ਼ਦੇ ਪਾਕੇ ਨੂਰ ਹਕ ਆਮਦ, ਜਾਂ ਸਬਬ ਦਰ ਦਿਲਮ ਸਬਕ ਆਮਦ। ਭਾਈ ਨੰਦ ਲਾਲ ਇਹ ਕੌਣ ਆਇਆ ਹੈ? ਕੋਈ ਸੰਤ ਆਇਆ ਹੈ? ਕੋਈ ਮਹਾਂਪੁਰਸ਼ ਆਇਆ ਹੈ? ਕਹਿੰਦੇ ਨਹੀਂ, ਮੁਰਸ਼ਦੇ ਪਾਕੇ ਨੂਰ ਹਕ ਆਮਦ। ਮੁਰਸ਼ਦ ਦੁਨੀਆ ਦਾ ਆਇਆ ਹੈ, ਜਗਤ ਦਾ ਗੁਰੂ ਆਇਆ ਹੈ। ਅਕਾਲ ਪੁਰਖ ਦਾ ਜਿੰਨਾ ਵੀ ਨੂਰ ਹੈ, ਜਿੰਨੀ ਵੀ ਅਜ਼ਮਤ ਹੈ, ਇੱਕ ਮੁਜੱਸਮੇ ਵਿੱਚ ਇਕੱਠੀ ਹੋਈ। ਉਸ ਮੁਜੱਸਮੇ ਦਾ ਨਾਮ ਗੋਬਿੰਦ ਰਾਏ ਹੈ। ਦੁਨੀਆ ਤੇ ਪ੍ਰਗਟ ਹੋਏ ਨੇ। ਭੱਟਾਂ ਨੇ ਇੱਕ ਬਚਨ ਕਿਹਾ ਗੁਰੂ ਜੋਤ ਬਾਰੇ, ਕਹਿੰਦੇ ਅਸੰਭਵ ਉਦਵਿਓ ਪੂਰਨ ਪੁਰਖ ਵਿਧਾਤੋ। ਜਿਸ ਦਾ ਅਸੰਭਵ ਹੈ ਦੁਨੀਆ ਤੇ ਆਉਣਾ, ਜੋ ਜੋਤ ਸਰੂਪ ਅਕਾਲ ਪੁਰਖ ਹੈ, ਉਦਵਿਓ ਉਹੀ ਦੁਨੀਆ ਤੇ ਉਦੇ ਹੋਇਆ, ਪ੍ਰਗਟ ਹੋਇਆ। ਪੂਰਨ ਪੁਰਖ ਵਿਦਾਤੋ, ਉਸ ਅਕਾਲ ਪੁਰਖ ਦਾ ਰੂਪ ਹੀ ਗੁਰੂ ਨਾਨਕ, ਗੁਰੂ ਅਰਜਨ, ਗੁਰੂ ਗੋਬਿੰਦ ਨੇ। ਦਾ ਸੈਲਫ ਐਗਜ਼ਿਸਟੈਂਟ, ਦਾ ਪਰਫੈਕਟ ਪ੍ਰਾਈਮਲ ਲਾਰਡ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ, ਗੁਰੂ ਗੋਬਿੰਦ। ਦੁਨੀਆ ਤੇ ਮਹਾਰਾਜ ਆਏ ਨੇ। ਇੱਕ ਗੱਲ ਕਹਿ ਦੇਵਾਂ ਮੈਂ, ਤੁਹਾਡੇ ਪਟਨੇ ਸ਼ਹਿਰ ਦੀ ਇੱਕ ਸਾਖੀ। ਕਹਿੰਦੇ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰਦਾ ਹੈ, ਉਹਦਾ ਮੰਗਣਾ ਮੁੱਕ ਜਾਂਦਾ ਹੈ। ਇੱਕ ਦਾਤਾ ਹੈ ਜੋ ਝੋਲੀ ਭਰਦਾ ਹੈ, ਫਿਰ ਪਦਾਰਥ ਮੁੱਕ ਜਾਂਦੇ ਨੇ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਤੁਸੀਂ ਫਿਰ ਮੰਗਦੇ ਹੋ, ਉਹ ਦਾਤਾ ਫਿਰ ਦਿੰਦਾ ਹੈ। ਕਿੰਨੀ ਕੁ ਵਾਰ ਦਵੇਗਾ? ਇੱਕ ਨਾ ਇੱਕ ਦਿਨ ਉਹ ਦਰਵਾਜ਼ਾ ਬੰਦ ਕਰ ਲਵੇਗਾ ਵੀ ਇਹ ਤੇ ਮੰਗਤਾ ਰੋਜ਼ ਹੀ ਮੰਗਣ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਇੱਦਾਂ ਦਾ ਦਾਤਾ ਹੈ, ਜਿਹਦੇ ਅੱਗੇ ਝੋਲੀ ਅੱਡੀਏ ਐਸੀ ਕਿਰਪਾ ਕਰਦਾ ਹੈ ਵੀ ਮੰਗਣਾ ਹੀ ਮੁੱਕ ਜਾਂਦਾ ਹੈ। ਬਾਣੀ ਦਾ ਫਰਮਾਨ ਹੈ, ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਹਰ ਇੱਛਾ ਦੀ ਪੂਰਤੀ ਕਰ ਦੇਣੀ ਮੇਰੇ ਗੁਰੂ ਗੋਬਿੰਦ ਸਿੰਘ ਦੀ ਬਰਕਤ ਹੈ। ਭਾਈ ਨੰਦ ਲਾਲ ਕਹਿੰਦੇ ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਹਰ ਮਲਮ ਦੀ ਦਵਾਈ ਗੁਰੂ ਗੋਬਿੰਦ ਸਿੰਘ ਨੇ, ਹਰ ਖਜ਼ਾਨੇ ਦੇ ਖਜ਼ਾਨਚੀ ਗੁਰੂ ਗੋਬਿੰਦ ਸਿੰਘ ਨੇ। ਗੁਰੂ ਗੋਬਿੰਦ ਸਿੰਘ ਤੋਂ ਲਹਿਦਾ ਕੋਈ ਬਰਕਤਾਂ ਦੇਣ ਵਾਲਾ ਨਹੀਂ ਹੈ। ਉਹ ਰਾਜਾ ਤੇ ਰਾਣੀ, ਰਾਜਾ ਫਤਿਹ ਚੰਦ ਮੈਣੀ ਤੇ ਪਟਨੇ ਅੰਦਰ ਉਸ ਦੀ ਜੋ ਰਾਣੀ ਹੈ, ਰਾਣੀ ਵਿਸ਼ੰਬਰਾ ਦੇਵੀ। ਬਰਕਤਾਂ ਬੜੀਆਂ ਨੇ, ਦੌਲਤਾਂ ਬੜੀਆਂ ਨੇ, ਸ਼ੌਹਰਤਾਂ ਬੜੀਆਂ ਨੇ, ਪਰ ਝੋਲੀ ਭਰੀ ਨਹੀਂ, ਕੁੱਖ ਹਰੀ ਨਹੀਂ ਹੋਈ। ਲਖਤੇ ਜਿਗਰ ਕੋਈ ਨਹੀਂ ਹੈ ਇਸ ਰਾਜ ਭਾਗ ਨੂੰ ਭੋਗਣ ਵਾਲਾ। ਹੁਣ ਉਹ ਪੰਡਤ
शिवदत्त दे सेवक ने जो ठाकुर दा पुजारी है, वार-वार उसनूं बेनतियां करदे ने भी उस अपने मुरशद अगे कोई साडी भी अरदास बेनती कर, कुख हरी हो जावे। ते पंडित शिवदत्त कहंदा तुहाडे कर्मां च नहीं जापदा, ते जे चाहुंदे हो ना तुहाडी झोली भर जावे ते इस वेले कर्म लिखण वाला मनुखा जामा पहन के गोबिंद राय पटने की धरती ते आया है। उन्होंने याद करो, उसनूं चेते करो, उस अगे अरदास करो। वो दिलां दियां जानन वाला है, ध्यान धर के रोज बह जाया करो। एक ना एक दिन तुहाडे दर ते वो आ पावेगा। सुनिया भेजण दी लोड़ नहीं है। कहंदे रोज ही राजा ते राणी बैठ जांदे ने। एक दिन अंतर ध्यान होए बैठे ने ते कोमल जिहियां बाहां राणी दे गल विच पै गईयां ते गलूए मुबारक तो बोल निकले, मां मैं आ गया। राजा राणी आश्चर्यता विच ने, ये कौन ने? ते बालक गोबिंद राय जी कहंदे जिसनूं रोज याद करदे हो। राणी खेड़े विच आई, बड़ी सेवा कीती। हुण दात मंगणी चाहुंदे ने लखते जिगर दी पुत्र दी, ते होया की है, वो दात दा ख्याल ना रहा। गुरु गोबिंद सिंह दे दिदारे करके जिवें रज गए हुंदे ने, मंगना ही भुल गया। हुण रोज पातशाह आउंदे ने ते एक दिन गोली ने कह ही दिता, महाराज ये जिहड़ा राज है, ये जिहड़ी राणी है, राजा है, इसनूं अंश की प्राप्ति की इच्छा है। ये तख्त ताज फिर ही शोभणगे, जे सांभण वाला कोई होवे ते किरपा करो, राणी दी कुख हरी कर दिओ, बख्शिश कर दिओ। गुरु गोबिंद सिंह पातशाह सह सुभा कहंदे, राणी गोली दे बचन सुन के कहंदे, राणी देख रंचक मात्र समय विच कर्मगत मैं बदल सकदा है। बाणी दा एक फरमान है, सतगुर दाता दयाल है, जिसनूं दया सदा होए। गुरु दयालु है, गुरु झोलियां भर दिंदा है। आ जिहड़े लखां लोक इहदे दर ते आउंदे हो, जे झोली कुछ पैंदा है ते आउंदे हो। झोली ते मैं तुहाडी भर सकदा है, पर कर्मगत विच तुहाडे लखते जिगर नहीं है, ते कर्मगत बदल भी सकदा है। पर जे तुसीं आखो भी औलाद हो जावे ते औलाद करके तुहाडा नामना दुनिया ते रवेगा। इत्थे लखां राजे होए, इत्थे कई सिकंदर होए, ना गोरे सिकंदर ना कब्र ए दारा, मिटे निशानियों के नाम कैसे कैसे। इत्थे रहिंदा कौन है? नाम मिट जाते ने, पर एक गल तय है भी जेड़ा अकाल पुरख दे गीत गाउंदा है वो अमर हो जाता है। कहंदे देखो मेरे नाल तुहाडी सांझ पै गई ते तुहाडा नाम मेरे नाल ही अमर हो जाएगा। औलाद पैदा होवेगी, औलाद मिट जाएगी, कोई मोहर नहीं लगी दुनिया ते भी तुहाडा नाम अमर रहेगा। बाणी दा एक फरमान है, वो आद जुगादी जुगह जुग पूरा परमेश्वर, जुगां जुगां विच रहण वाला है गुरु गोबिंद सिंह। ते गुरु गोबिंद सिंह दे नाल जिहदा नाम जुड़ गया, उहदा नाम ही जुगां जुगां तक रहिंदा है। महाराज बचन कर रहे सन, गुर का सेवक दह दिस जापे। गुरु दा सेवक भी दसां दिशावां विच प्रगट हो जाता है। सफल मूरत गुरदेव स्वामी सर्ब कला भरपूरे। ऐ राणी इस लोक विच तुहाडा बच्चा तुहाडी सहायता कर सकदा है, पर इस गल दा ख्याल रखियो, गुरु दे नाल सांझ पै गई, मैं तुहाडी रखिया तुहाडी सहायता परलोक विच भी कर सकदा हां। लखते जिगर ते एक लोक विच बांह फड़ेगा, परलोक विच नहीं। मैं दोहां लोकां विच तुहाडी बांह फड़ांगा। जदों इन्ने बचन कहे ना ते राणी वैराग विच आके कहंदी, महाराज गोली ने गुस्ताखी कीती है साडी गोद। जदों आए गोबिंद राय तू बैठ गया, मेरा ते उदों मंगना ही मुक गया सी। ये भावना है, ये गुरु गोबिंद सिंह दे दिदारियां दी बरकत है। सतगुर जिहड़ा है ना, बाणी कहंदी है गुर मिलिया सब तृष्ण बुझाई। जिन्हों गुरु गोबिंद सिंह मिल गया
ਉਸ ਦਾ ਮੰਗਣਾ ਹੀ ਮੁੱਕ ਗਿਆ। ਸੋ ਐਸੇ ਅਮਰ ਅਜਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਕੁੱਲ ਕਾਇਨਾਤ ਦੇ ਉਹ ਮਾਲਕ ਨੇ, ਕੁੱਲ ਮਨੁੱਖਤਾ ਦੇ ਉਹ ਰਹਿਬਰ ਨੇ, ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਪ੍ਰਗਟ ਹੋਏ। ਮਹਿਮੂਦ ਗਜ਼ਨਵੀ ਦੇ 1001 ਈਸਵੀ ਦੇ ਸਮੇਂ ਤੋਂ ਲੈ ਕੇ 700 ਸਾਲ ਤੋਂ ਉੱਤੇ ਭਾਰਤ ਵਰਸ਼ ਗੁਲਾਮੀ ਭੋਗ ਚੁੱਕਿਆ ਸੀ। ਖਾਲਸਾ ਪੰਥ 1699 ਦੀ ਵਿਸਾਖੀ ਨੂੰ ਪ੍ਰਗਟ ਕਰਕੇ ਦਿੱਲੀ ਦਾ ਤਖਤ ਦੇ ਕੇ ਥਾਪੜਾ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬੁਘੇਲ ਸਿੰਘ ਵਰਗਿਆਂ ਨੂੰ ਅਜ਼ਮਤਾਂ ਦੇ ਕੇ ਤਖਤ ਜਿੱਤਿਆ। ਖਾਲਸੇ ਦਾ ਰਾਜ ਹੋਇਆ। ਇਹ ਉਹ ਗੁਰੂ ਗੋਬਿੰਦ ਸਿੰਘ ਹੈ। ਜੇ ਰੂਹੇ ਜ਼ਮੀਨ ਤੇ ਪ੍ਰਗਟ ਨਾ ਹੁੰਦਾ ਤੇ ਸ਼ਾਇਦ ਨਾ ਕਿਸੇ ਗੁਰਦੁਆਰੇ ਦੇ ਅੰਦਰ ਕੀਰਤੀ ਗਾਈ ਜਾਂਦੀ, ਨਾ ਕੋਈ ਧੋਤੀ ਨਾ ਬੋਦੀ, ਨਾ ਕਿਸੇ ਮੰਦਰ ਦੇ ਅੰਦਰ ਟੱਲ ਖੜਕਦੇ, ਇੱਥੇ ਕਲਮਾ ਹੀ ਪੜਿਆ ਜਾਂਦਾ। ਇਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਹੈ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਉ ਸੁਨਤ ਹੋਤੀ ਸਭ ਕੀ। ਇਹ ਬੁੱਲੇ ਸ਼ਾਹ ਵਰਗਿਆਂ ਦੀ ਪੁਰਜ਼ੋਰ ਕਲਮ ਦਾ ਦਾਵਾ ਹੈ, ਕਿਸੇ ਸਿੱਖ ਦਾ ਨਹੀਂ, ਗੈਰ ਸਿੱਖ ਦਾ ਦਾਵਾ ਹੈ। ਐਸੇ ਗੁਰੂ ਗੋਬਿੰਦ ਸਿੰਘ ਦੀ ਪਾਕ ਰੂਹੇ ਜ਼ਮੀਨ ਨੂੰ ਸਜਦਾ ਕਰਨ ਲਈ ਪਹੁੰਚੇ ਹਾਂ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।